ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਸ ਵੀਕ ਦਾ ਅਭਿਆਸ ਗੁਰੂ ਪਿਤਾ ਨੇ ਗੁਰਮੁਖਾਂ ਰਾਹੀਂ ਸਾਨੂੰ ਸਾਰੇ ਜੀਵਾਂ ਨੂੰ ਦਿੱਤਾ, ਆਸਾ ਦੀ ਵਾਰ ਦੇ ਵਿੱਚ ਮਹੱਲਾ ਦੂਜਾ ਗੁਰੂ ਅੰਗਦ ਦੇਵ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਉਹ ਦੱਸਦੇ ਆ ਵੀ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਇਹ ਜੱਗ ਕੀ ਆ? ਇਹ ਜੱਗ ਜੇ ਆਪਾਂ ਮਨ ਚ ਆਉਂਦਾ ਵੀ ਇਹ ਜੱਗ ਕੀ ਆ, ਤੇ ਮਹਾਰਾਜ ਕਹਿੰਦੇ ਆ ਇਹ ਜੱਗ ਸੱਚੇ ਕੀ ਹੈ, ਕੋਠੜੀ। ਵੀ ਸੱਚੇ ਦੀ ਕੋਠੀ ਆ। ਜਿਵੇਂ ਆਪਾਂ ਆਮ ਕਹਿ ਦਿੰਦੇ ਆ ਵੀ ਇਹ ਉਸ ਬੰਦੇ ਦੀ ਕੋਠੀ ਆ, ਇੱਥੇ ਮਹਾਰਾਜ ਕੋਠੜੀ ਉਪਦੇਸ਼ ਕਰਦੇ ਆ ਵੀ ਬਹੁਤ ਛੋਟੀ ਜਿਹੀ ਆ, ਵੀ ਉਹਦਾ ਬਸਾਰਾ ਤਾਂ ਪਤਾਲਾਂ ਪਤਾਲ, ਲੱਖ ਗਾਸਾਂ ਗਾਸ ਆ। ਇਹ ਵੀ ਜਿਹੜਾ ਸੰਸਾਰ ਇੱਕ ਬਹੁਤ ਛੋਟੀ ਜਿਹੀ ਉਹਦੀ ਕੋਠੀ ਆ। ਪਰ ਫਿਰ ਮਨ 'ਚ ਸਤਿਗੁਰ ਕਹਿੰਦੇ ਆ ਵੀ ਸੱਚੇ ਕਾ ਵਿੱਚ ਵਾਸ, ਤੇ ਕਹਿੰਦੇ ਸੱਚਾ ਆਪ ਇਹਦੇ ਵਿੱਚ ਰਹਿੰਦਾ ਆ, ਵਾਸ ਆ ਉਹਦਾ ਸੱਚੇ ਕਾ ਵਿੱਚ ਵਾਸ। ਇਹ ਜੱਗ ਸੱਚੇ ਕੀ ਹੈ, ਕੋਠੜੀ। ਇਹ ਜੱਗ ਆ ਜਿਹੜਾ ਸਾਰਾ ਸੱਚੇ ਦੀ ਕੋਠੜੀ ਹੈ, ਇੱਕ ਛੋਟੀ ਜੀ, ਉਹਦਾ ਪਸਾਰਾ ਬਹੁਤ ਵੱਡਾ ਆ। ਤੇ ਇਹ 'ਚ ਰਹਿੰਦਾ ਕੌਣ ਆ? ਕਹਿੰਦੇ ਸੱਚੇ ਕਾਂ ਵਿੱਚ ਵਾਸ, ਇਹਦੇ ਵਿੱਚ ਸੱਚਾ ਹੀ ਰਹਿੰਦਾ ਆ। ਤੇ ਮਨ 'ਚ ਆਇਆ ਵੀ ਮਹਾਰਾਜ ਵੀ ਇਹ 'ਚ ਤਾਂ ਅੱਖਾਂ ਨੂੰ ਦਿਖਦਾ ਆ ਸਾਰਾ ਪਦਾਰਥ ਆ, ਤੇ ਅਸਥੂਲ ਬਹੁਤ ਜ਼ਿਆਦੇ ਆ ਮਹਾਰਾਜ, ਵੀ ਇਹਦੇ ਵਿੱਚ ਤੁਸੀਂ ਕਿਵੇਂ ਹੋ? ਫਿਰ ਗੁਰੂ ਪਿਤਾ ਜੀ ਇੱਕ ਜਗ੍ਹਾ ਫਰਮਾਨ ਕਰਦੇ ਆ ਵੀ ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਏ ਨਾਨਕ ਲੀਲਾ। ਕਹਿੰਦੇ ਲੀਲਾ, ਇਹ ਲੀਲਾ ਕਰਦਾ ਆ ਉਹ ਆਪੇ ਸੂਖਮ ਆਪੇ ਅਸਥੂਲ ਆ, ਤੇ ਸਭ ਕੁਛ ਆਪੇ ਆਪ ਹੈ। ਤੇ ਉਸ ਤੋਂ ਬਾਅਦ ਫਿਰ ਮਨ ਦੇ ਵਿੱਚ ਸਤਿਗੁਰ ਜੀ ਇਹ ਖਿਆਲ ਬਖਸ਼ਦੇ ਆ ਵੀ ਇਹ ਸਾਰਾ ਜਿਹੜਾ ਸੂਖਮ ਤੇ ਅਸਥੂਲ ਆ ਪੰਜਾਂ ਤੱਤਾਂ ਤੋਂ ਬਣਿਆ ਆ, ਪੌਣ ਪਾਣੀ ਅਗਨੀ ਤੋਂ। ਤੇ ਪੌਣ ਪਾਣੀ ਅਗਨੀ ਤੇ ਧਰਤੀ ਤੇ ਪੰਜਵਾਂ ਆਕਾਸ਼ ਤੱਤ ਆ ਜੀ, ਜਾਪ ਆ। ਤੇ ਮਹਾਰਾਜ ਕਹਿੰਦੇ ਵੀ ਹੁਣ ਇਹ ਤੋਂ ਪਿੱਛੇ ਨੂੰ ਚੱਲੋ, ਪੰਜਾਂ ਤੱਤਾਂ ਤੋਂ ਸਾਰਾ ਪ੍ਰਗਟਾਵਾ ਹੋਇਆ, ਤੇ ਪੰਜ ਤੱਤ ਕਿੱਥੋਂ ਬਣੇ ਆ? ਤੇ ਮਹਾਰਾਜ ਕਹਿੰਦੇ ਆ ਵੀ ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਤੇ ਜਲ ਤੇ ਤ੍ਰਿਭਵਨ ਸੋਜਿਆ, ਘਟ ਘਟ ਜੋਤ ਸਮੋਏ। ਕਹਿੰਦੇ ਦੇਖੋ ਇਹ ਸਾਰਾ ਕੁਝ ਸੱਚ ਤੋਂ ਪੈਦਾ ਹੋਇਆ। ਤੇ ਜਦੋਂ ਕਹਿੰਦੇ ਜਾਬੁਦ ਕਰਖ ਕਰਾ ਕਰਤਾਰਾ, ਪਰਜਾ ਧਰਤ ਤਬਦੀ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਕਹਿੰਦੇ ਤੇਤੋਂ ਹੀ ਸਾਰਾ ਉਦ ਕਰਖ ਦਾ ਪ੍ਰਗਟਾਵਾ ਹੋਇਆ ਆ, ਤੇ ਤੇਰੇ ਵਿੱਚ ਹੀ ਸਾਰਾ ਜਦੋਂ ਜਾਵਾ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਸਰ ਸਭ। ਸਾਰਿਆਂ ਦਾ ਐਂਡ ਵੀ ਤੂੰ ਆ, ਸਾਰਿਆਂ ਦਾ ਸ਼ੁਰੂ ਪ੍ਰਕਾਸ਼ ਵੀ ਤੇਤੋਂ ਹੋਇਆ, ਤੇ ਸਾਰਿਆਂ ਦਾ ਐਂਡ ਸਮਾਈ ਵੀ ਜਾ ਕੇ ਤੇਰੇ 'ਚ ਹੋਣੀ ਆ। ਹਾਂ ਇਹ ਤੇਰੀ ਲੀਲਾ ਵੀ ਕਿੰਨੇ ਯੁੱਗ ਤੂੰ ਚੱਲਣਾ, ਕਿੰਨਾ ਸਮਾਂ ਚੱਲਣਾ, ਇਹ ਤੂੰ ਜਾਣਦਾ ਆ। ਤੇ ਫਿਰ ਮਨ 'ਚ ਆਇਆ ਸਤਿਗੁਰੂ ਜੀਓ, ਇਹ ਤੁਸੀਂ ਸਾਨੂੰ ਤਾਂ ਦਿਸਦਾ ਨਹੀਂ ਹਰ ਪਲ, ਤੇ ਅੱਖਰਾਂ ਦੇ ਵਿੱਚ ਸ਼ਬਦਾਂ ਨੇ ਤਾਂ ਤੁਸੀਂ ਵਿਖਾਣੀ ਹੈ। ਕਹਿੰਦੇ ਬਿਰਲਾ ਬੁੱਝੇ ਕੋਈ, ਨਹੀਂ ਤਾਂ ਤੁਸੀਂ ਵਿਖਾ ਦਿੱਤਾ। ਤੇ ਗੁਰਮੁਖਾਂ ਦੀ ਸੰਗਤ ਦੀ ਦਇਆ ਨਾਲ ਤੇ ਜਦੋਂ ਇਹਨੂੰ ਸਮਝਣ ਲੱਗੇ, ਤੇ ਪਰ ਸਤਿਗੁਰੂ ਜੀ ਸਾਨੂੰ ਸਦਾ ਨਹੀਂ ਦਿਖਦਾ, ਇਹ ਸਦਾ ਤੂੰ ਹੀ ਤੂੰ, ਸਾਡੇ ਮਨ 'ਚੋਂ ਨਹੀਂ ਨਿਕਲਦਾ, ਤੇਰੇ ਦਰਸ਼ਨ ਨਹੀਂ ਹੁੰਦੇ। ਅਸੀਂ ਤਾਂ ਦੁਬਦਾ ਵਿੱਚ ਚਲੇ ਜਾਂਦੇ ਹਾਂ, ਅਸੀਂ ਤਾਂ ਕਿਸੇ ਨਾਲ ਈਰਖਾ ਵੀ ਕਰਦੇ ਹਾਂ, ਕਿਸੇ ਨੂੰ ਅਸੀਂ ਉੱਚਾ ਵੀ ਦੱਸਦੇ ਹਾਂ, ਕਿਸੇ ਨੂੰ ਨੀਵਾਂ ਵੀ ਦੱਸਦੇ ਹਾਂ,
ਕਿਸੇ ਨੂੰ ਅਮੀਰ ਵੀ ਕਹਿੰਦੇ ਆ, ਕਿਸੇ ਨੂੰ ਗਰੀਬ ਵੀ ਕਹਿੰਦੇ ਆ, ਕਿਸੇ ਨੂੰ ਚੰਗਾ ਵੀ ਕਹਿੰਦੇ ਆ, ਕਿਸੇ ਨੂੰ ਮਾੜਾ ਵੀ ਕਹਿੰਦੇ ਆ। ਇਹ ਤਾਂ ਅਸੀਂ ਤੇਰੀ ਓ ਨਿੰਦਾ ਕਰੀ ਜਾਂਦੇ ਮਹਾਰਾਜ ਸਾਰੀ। ਸਤਿਗੁਰੂ ਜੀ ਕਹਿੰਦੇ ਹਾਂਜੀ ਤੁਸੀਂ ਇੱਦਾਂ ਹੀ ਕਰਦੇ ਹੋ, ਅਤੇ ਇਹ ਸਾਰਾ ਤੁਸੀਂ ਇਹ ਨਾ ਤੁਸੀਂ ਦੇਖ ਲਓ ਮੈਨੂੰ ਹੀ ਕਹੀ ਜਾਂਦੇ ਹੋ। ਅਤੇ ਮਹਾਰਾਜ ਵੀ ਸਾਨੂੰ ਆਏਂ ਕਿਉਂ, ਫਿਰ ਅਸੀਂ ਕਿਉਂ ਆਏਂ ਕਰਦੇ ਹਾਂ, ਅਤੇ ਅਸੀਂ ਤਾਂ ਤੇਰੇ 'ਚ ਭੇਦ ਹੋਣਾ ਚਾਹੁੰਦੇ ਹਾਂ। ਅਤੇ ਉਹ ਕਹਿੰਦੇ ਮੈਂ ਦਾ ਸਾਰਾ ਮੂਲ ਕਾਰਨ ਮੈਂ ਇਹਦਾ। ਜਿੰਨਾ ਚਿਰ ਮੈਂ ਮੂਲ ਮੈਂ ਆ ਨਾ, ਉਨਾ ਚਿਰ ਇਹ ਸਾਰਾ ਭਰਮ ਰਹਿਣਾ ਆ। ਇਹ ਭਰਮ ਉਦੋਂ ਮਿਟ ਜਾਣਾ ਜਦੋਂ ਪੂਰਨ ਤੌਰ 'ਤੇ ਮੈਂ ਮਿਟ ਗਈ। ਫਿਰ ਸਦਾ ਹੀ ਸਭ ਦੇ ਵਿੱਚ ਉਹ ਲਗਾਤਾਰ ਜਿਹੜਾ ਬਸਿਆ ਹੋਇਆ ਸਭ ਦੇ ਸਰੀਰ ਰੂਪ ਧਾਰ ਕੇ, ਸਰੀਰਾਂ ਦੇ ਵਿੱਚ, ਸਰੀਰਾਂ ਦੇ ਬਾਹਰ, ਸੂਖਮ 'ਚ, ਸਥੂਲ 'ਚ, ਫਿਰ ਸਦਾ ਹੀ ਤੁਸੀਂ ਇਹਦੇ ਦਰਸ਼ਨ ਕਰੋਗੇ ਜਦੋਂ ਮੈਂ ਮਿਟ ਗਈ। ਅਤੇ ਫਿਰ ਤਾਂ ਸਤਿਗੁਰ ਨੂੰ ਬੇਨਤੀ ਕਰੀਏ ਸਾਰੇ ਜਾਣੇ ਰਲ ਕੇ, ਅਤੇ ਗਰੀਬਾਂ ਦੇ ਵੀ ਕਰਿਓ ਵੀ ਸਤਿਗੁਰ ਜੀਓ ਇਹ ਸਾਡੇ ਮੈਂ ਨੂੰ ਖਤਮ ਕਰੋ। ਇਸ ਹੱਥੋਂ ਤਾਂ ਖਤਮ ਨਹੀਂ ਹੁੰਦੀ, ਤੁਸੀਂ ਦਇਆ ਕਰੋ, ਤੁਸੀਂ ਸਾਨੂੰ ਸਮੱਤ ਬਖਸ਼ੋ ਵੀ ਅਸੀਂ ਇਹ ਮੈਂ ਨੂੰ ਖਤਮ ਕਰਕੇ। ਅਤੇ ਕਿੰਨਾ ਆਨੰਦ ਹੋਣਾ ਜਦੋਂ ਇੱਕ ਖਿਣ ਪਲ ਤੁਸੀਂ ਸ਼ਬਦਾਂ ਹੀ ਦਰਸ਼ਨ ਕਰਾਉਂਦੇ ਹੋ, ਕਿਤੇ ਦਇਆ ਕਰ ਦਿੰਦੇ ਹੋ, ਇਹ ਸਾਰੀ ਲਕਾਈ ਦੇ ਸੱਚ ਦੇ ਦਰਸ਼ਨ ਕਰਾ ਦਿੰਦੇ ਹੋ। ਪਰ ਜਦੋਂ ਸਦਾ ਹੀ ਸਾਨੂੰ ਦਰਸ਼ਨ ਹੋ ਜਾਣਗੇ ਤਾਂ ਕਿੰਨਾ ਆਨੰਦ ਹੋਣਾ ਆ। ਅਤੇ ਇੱਥੇ ਫਿਰ ਬੇਨਤੀ ਸਾਰੇ ਜਾਣੇ ਰਲ ਕੇ ਆਪਾਂ ਕਰੀਏ ਵੀ ਸਤਿਗੁਰ ਮੈਂ ਨੂੰ ਖਤਮ ਕਰ ਅਤੇ ਸਦਾ ਹੀ ਤੇਰੇ ਦਰਸ਼ਨ ਕਰ ਸਕੀਏ। ਉਸ ਤੋਂ ਗਾਹਾਂ ਜਦੋਂ ਸ਼ਬਦ ਗੁਰੂ ਪਿਤਾ ਜੀ ਬਖਸ਼ਦੇ ਆ ਵੀ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਵਾਹਿਗੁਰੂ ਵੀ ਇੱਕ ਨਾ ਨੂੰ ਹੁਕਮ 'ਚ ਸਮਾ ਲੈਂਦਾ ਆਪਦੇ ਆਪ 'ਚ, ਇੱਕ ਨਾ ਨੂੰ ਵਿਨਾਸ਼ ਕਰ ਦਿੰਦਾ। ਅਤੇ ਫਿਰ ਇੱਥੇ ਆਉਂਦਾ ਵੀ ਸਤਿਗੁਰੇ ਸਾਰਾ ਕੁਛ ਤੂੰ ਆਪ ਹੀ ਕਰਦਾ, ਸਾਰੀ ਖੇਲ। ਅਤੇ ਅਸੀਂ ਤਾਂ ਫਿਰ ਭੋਗਤਾ ਆ, ਤੂੰ ਹੀ ਕਰਤਾ ਆ। ਅਤੇ ਅਸੀਂ ਤਾਂ ਫਿਰ ਹੌਲੀ ਹੌਲੀ ਸਤਿਗੁਰੂ ਜੀ ਇੱਕ ਵਾਰੀ ਸੰਗਤ ਦੇ ਵਿੱਚੋਂ ਗੁਰਮੁਖਾਂ ਨੇ ਬਖਸ਼ਿਸ਼ ਕੀਤੀ ਸੀ ਬਈ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਵੀ ਉਹਦਾ ਹੁਕਮ ਕੀ ਆ? ਤੇ ਕਹਿੰਦੇ ਵੀ ਇੱਕ ਨਾਮ ਹੀ ਉਹਦਾ ਹੁਕਮ ਆ। ਉਸ ਨਾਮ ਦੇ ਵਿੱਚ ਨਿਵਾਸ ਜਿਹੜੇ ਕਰ ਲੈਂਦੇ ਆ, ਤੇ ਸ਼ਬਦ ਦੀ ਆਰਾਧਨਾ ਕਰ ਕਰਕੇ ਉਹ ਨਾਮ 'ਚ ਨਿਵਾਸ ਹੋ ਜਾਂਦਾ, ਉਹਨਾਂ ਨੂੰ ਉਹ ਆਪ ਦੇ ਸਮਾ ਲੈਂਦਾ ਆ। ਜਿਹੜੇ ਉਸ ਨਾਮ ਤੱਕ ਨਹੀਂ ਪਹੁੰਚਦੇ ਤੇ ਉਹਨਾਂ ਦਾ ਫਿਰ, ਕਿਉਂਕਿ ਜਦੋਂ ਅਸੀਂ ਗੁਰੂ ਪਿਤਾ ਤੋਂ ਦੂਰ ਹੋ ਜਾਂਦੇ ਹਾਂ ਤਾਂ ਫਿਰ ਵਿਨਾਸ਼ ਹੋ ਜਾਂਦਾ ਆ। ਤੇ ਇਸ ਤਰ੍ਹਾਂ ਕਹਿੰਦੇ ਆ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਤੇ ਮਨ 'ਚ ਇੱਕ ਸ਼ਬਦ 'ਚ ਹੋਰ ਗੁਰੂ ਪਿਤਾ ਜੀ ਬਖਸ਼ਿਸ਼ ਕਰਦੇ ਆ ਵੀ ਭਾਣੇ ਮੂਰਖ, ਭਾਣੇ ਸਿਆਣਾ, ਭਾਣੇ ਗੁਰਮੁਖ, ਹਰ ਗੁਣ ਗਵਾਹਾ, ਭਾਣੇ ਭਰਮ ਭਵੇ ਬਹੁ ਜੂਨੀ। ਬਾਅਦ ਫਿਰ ਉਹਨੂੰ ਦੁਹਰਾਉਂਦੇ ਆ, ਨੈ ਕੋ ਮੂਰਖ ਨੈ ਕੋ ਸਿਆਣਾ, ਵਰਤੇ ਸਭ ਕਿਛ ਤੇਰਾ ਭਾਣਾ। ਤੇ ਬਹੁਤ ਚਿਰ ਹੋ ਗਿਆ ਜਦੋਂ ਇਹ ਸ਼ਬਦ ਪੜ੍ਹਿਆ ਸੀ, ਤਾਂ ਬਹੁਤ ਦਿਨ ਸਭ ਕੁਛ ਛੁੱਟ ਗਿਆ ਵੀ ਇਹ ਤਾਂ ਤੂੰ ਹੀ ਕਰਦਾ ਆ। ਫਿਰ ਤਾਂ ਅਸੀਂ ਤਾਂ ਦੇਖੀਏ। ਤੇ ਫਿਰ ਮਨ 'ਚ ਜਦੋਂ ਅੱਜ ਇਹ ਸ਼ਬਦ ਪੜ੍ਹਦੇ ਸੀ ਜਾਂ
ਤਾਂ ਬਈ ਜਿਹੜੇ ਉਹਦੇ ਭਾਣੇ 'ਚ ਰਹਿੰਦੇ ਆ, ਆਏ ਵੀ ਆਇਆ ਵੀ ਜਿਹੜੇ ਉਹਦੇ ਭਾਣੇ 'ਚ ਰਹਿੰਦੇ ਆ ਉਹਨਾਂ ਨੂੰ ਕੱਢ ਲੈਂਦਾ, ਜਿਹੜੇ ਭਾਣੇ 'ਚ ਨਹੀਂ ਰਹਿੰਦੇ ਉਹਨਾਂ 'ਚ ਉਹਦਾ ਮਾਇਆ 'ਚ ਨਿਵਾਸ ਹੋ ਜਾਂਦਾ। ਕਿਉਂਕਿ ਭਾਣਾ ਹੀ ਲੱਗਦਾ ਵੀ ਉਹਦਾ ਕੱਢਣ, ਉਹਨੂੰ ਉਹ 'ਚ ਨਿਵਾਸ ਕਰਨ ਦਾ ਜਾਂ ਉਹਦਾ ਕੱਢਣ ਦਾ ਢੰਗ ਭਾਣਾ ਹੀ ਆ। ਪਰ ਮਹਾਰਾਜ ਸਾਨੂੰ ਤਾਂ ਵੀ ਭਾਣਾ ਅਸੀਂ ਕਦੇ ਕਦੇ ਤਾਂ ਆਮ ਮੰਨਦੇ ਹਾਂ, ਪਰ ਕਦੇ ਕਦੇ ਸਾਡਾ ਮਨ ਭਾਣੇ ਤੋਂ ਭੱਜਦਾ ਆ, ਕਿਉਂਕਿ ਸਾਡੇ ਮਨ 'ਚ ਅਸੀਂ ਚਾਹੁੰਦੇ ਹਾਂ ਮਨ ਨੂੰ ਬਈ ਇਹ ਨਾਮ ਜਪੇ ਆਏ ਕਰੇ, ਪਰ ਇਹ ਨਾਮ ਤੋਂ ਹੋਰ ਤਰ੍ਹਾਂ ਦੀਆਂ ਵਾਸ਼ਨਾ 'ਚ ਜਾਂਦਾ ਆ ਤੇ ਸਾਡਾ ਜ਼ੋਰ ਨਹੀਂ ਚੱਲਦਾ ਮਨ ਦੇ ਉੱਤੇ। ਤੇ ਮਹਾਰਾਜ ਫਿਰ ਅਸੀਂ ਤਾਂ ਭਾਣੇ 'ਚ ਨਹੀਂ ਰਹਿ ਸਕਦੇ, ਸਾਡੇ ਦਾ ਜ਼ੋਰ ਹੀ ਨਹੀਂ ਚੱਲਦਾ, ਮਨ ਸਾਡੇ ਕੰਟਰੋਲ 'ਚ ਹੀ ਨਹੀਂ। ਤੇ ਬਈ ਕਿਉਂਕਿ ਭਾਣੇ 'ਚ ਫਿਰ ਮਨ ਚਾਹੀ ਵੀ ਭਾਣੇ 'ਚ ਤਾਂ ਉਹਦੇ ਗੁਰਮੁਖ ਰਹਿ ਸਕਦੇ ਆ ਜਿਨ੍ਹਾਂ ਨੇ ਮਨ ਨੂੰ ਪੂਰਨ ਕੰਟਰੋਲ ਕਰ ਲਿਆ, ਮਨ ਨੂੰ ਆਪਦੇ ਅੰਡਰ ਕਰ ਲਿਆ ਜਾਂ ਮਨ ਨੂੰ ਮਾਰਤਾ, ਉਹਨਾਂ ਦੇ ਆਪਦੇ ਕੰਟਰੋਲ 'ਚ ਆ ਗਿਆ ਮਨ। ਮਨ ਹੁਣ ਆਪਦੇ ਭਾਣੇ ਨਹੀਂ ਚੱਲਦਾ, ਕਿਉਂਕਿ ਨਹੀਂ ਤਾਂ ਸਾਡਾ ਮਨ ਹਰ ਖਿਣ ਹਰ ਪਲ ਆਪਦੇ ਭਾਣੇ 'ਚ ਹੀ ਚੱਲਦਾ ਆ। ਤੇ ਜੇ ਕੋਈ ਚੰਗਾ ਕਰਮ ਕਰਦਾ ਤਾਂ ਉਹ ਸੋਚਦਾ ਕਰਨ ਦੀ ਮੈਲ ਲਾ ਲੈਂਦਾ ਵੀ ਮੈਂ ਕਰ ਲਿਆ, ਜੇ ਨਹੀਂ ਕਰਦਾ ਤਾਂ ਉਹ ਪਛਤਾਵੇ ਦੀ ਮੈਲ 'ਚ ਵਿਚਾਰ 'ਚ ਉਤਰ ਜਾਂਦਾ, ਉਦੋਂ ਵੀ ਭਾਣੇ 'ਚ ਨਹੀਂ ਜਾਂਦਾ। ਤੇ ਫਿਰ ਇੱਥੇ ਮਨ 'ਚ ਆਇਆ ਵੀ ਹੁਣ ਤਾਂ ਇੱਥੇ ਬੇਨਤੀ ਵੀ ਕੀਤੀ ਜਾ ਸਕਦੀ ਆ, ਕਿਉਂਕਿ ਭਾਣਾ ਗੁਰੂ ਪਿਤਾ ਜੀ ਸਾਨੂੰ ਪੂਰਨ ਸਮਝਾਉਣ ਸਾਰਿਆਂ ਨੂੰ। ਭਾਣਾ ਕਹਿ ਦੇਣਾ ਇੱਕ ਭਾਣਾ ਸੌਖਾ, ਜਦੋਂ ਇਹਨੂੰ ਤੁਸੀਂ ਇਹ ਕਹਿੰਦੇ ਮਹਾਰਾਜ ਵੀ ਆਪਣਾ ਭਾਣਾ ਮਨਾਏ, ਵੀ ਉਹ ਆਪ ਹੀ ਬਖਸ਼ਿਸ਼ ਕਰਕੇ ਤੁਹਾਡਾ ਭਾਣਾ ਮਨਾਉਂਦਾ ਆ, ਪਰ ਤੁਸੀਂ ਕੋਸ਼ਿਸ਼ ਕਰਨੀ ਆ। ਉਹ ਕਹਿੰਦੇ ਤੁਸੀਂ ਕੋਸ਼ਿਸ਼ ਕਰੀ ਜਾਓ ਤੇ ਉਹ ਬਖਸ਼ਿਸ਼ਾਂ ਆਪੇ ਕਰੂ ਗੁਰੂ ਪਿਤਾ ਜੀ ਸਾਡੇ ਤੇ ਅਰਦਾਸ ਕੀਤੀ ਜਾਵੇ ਵੀ ਮਹਾਰਾਜ ਇਹ ਮਨ ਸਾਡਾ ਤਾਂ ਭਾਣੇ 'ਚ ਹੀ ਨਹੀਂ ਆਉਂਦਾ ਸਤਿਗੁਰੂ, ਤੇ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਬਈ ਜੋ ਹੁੰਦਾ ਤੇ ਉਹਨੂੰ ਮੰਨ ਲਵੇ। ਕਈ ਵਾਰੀ ਮਨ ਕੋਸ਼ਿਸ਼ ਕਰਦਾ ਸੰਗਤ ਵਿੱਚ ਵੱਧ ਸਮਾਂ ਰਹਿਣ ਦੀ ਜਾਂ ਜਾਣ ਦੀ, ਨਹੀਂ ਜਾ ਹੁੰਦਾ ਉਦੋਂ ਪਛਤਾਵਾ ਕਰਦਾ ਆ। ਤੇ ਇਸ ਤਰ੍ਹਾਂ ਦੇ ਬਹੁਤ ਹੋਰ ਵੀ ਜਦੋਂ ਕਰਮ ਵੀ ਕਰਦੇ ਹਾਂ ਅਸੀਂ ਦੁਨਿਆਵੀ, ਉਦੋਂ ਵੀ ਕੋਈ ਕਰਮ ਹੀ ਨਹੀਂ ਐਸਾ ਕਰ ਲਿਆ, ਉਦੋਂ ਉਹ ਕਹਿੰਦਾ ਵੀ ਮੈਂ ਆਏ ਨਹੀਂ ਸੀ ਕਰਨਾ, ਪਰ ਉਦੋਂ ਜਿਹੜਾ ਹੋ ਗਿਆ ਕਰਮ ਨਾਲ ਉਹਦੇ ਦਾ ਭਾਣਾ ਹੀ ਮੰਨਣਾ ਪੈਣਾ ਆ। ਇੰਨਾ ਕੀ ਮੱਤ 'ਚ ਆਉਂਦਾ ਵੀ ਉੱਥੇ ਤਾਂ ਬੇਨਤੀ ਕੀਤੀ ਜਾਵੇ ਵੀ ਸਤਿਗੁਰੂ ਆਪ ਹੀ ਸਾਨੂੰ ਇਹ ਭਾਣੇ ਦੀ ਬਖਸ਼ਿਸ਼ ਕਰ ਤੇ ਆਪ ਹੀ ਅਸੀਂ ਤੇਰੇ ਭਾਣੇ 'ਚ ਰਹਿ ਸਕੀਏ, ਕਿ ਅਸੀਂ ਇਹ ਭਾਵ ਜਲ ਤੋਂ ਪਾਰ ਹੋ ਕੇ ਤੇਰੇ 'ਚ ਭੇਦ ਹੋ ਸਕੀਏ ਸਤਿਗੁਰੂ ਜੀਓ। ਤੇ ਮਹਾਰਾਜ ਕਹਿੰਦੇ ਇਹ ਵੀ ਆਖ ਨਾ ਜਾਪੀ ਜੇ ਕਿਸੇ ਆਣੇ ਰਾਸ। ਤੇ ਮਹਾਰਾਜ ਕਹਿੰਦੇ ਆ ਵੀ ਇੱਥੇ ਜਾ ਕੇ ਤਾਂ ਕੋਈ ਵਿਚਾਰ ਨਹੀਂ ਰਹਿੰਦੀ, ਬਈ ਕੁਛ ਕਿਹਾ ਹੀ ਨਹੀਂ ਜਾ ਸਕਦਾ ਵੀ ਉਹ ਕਿਸ ਨੂੰ ਕਿਸ ਢੰਗ ਨਾਲ ਆਪਦੇ ਵਿੱਚ ਸਮਾਉਂਦਾ ਆ ਤੇ ਕਿਸੇ ਨੂੰ ਨਹੀਂ ਸਮਾਉਂਦਾ। ਜੋ ਉਹਦੀ ਖੇਡ ਆ ਉਹ 'ਚ ਕਿਹੜਾ ਪਾਰ ਜਾ ਸਕਦਾ, ਕਿਹੜਾ ਨਹੀਂ ਜਾਂਦਾ, ਕੁਛ ਨਹੀਂ ਇਹਦੇ ਵਿੱਚ ਜੀਵ ਕਹਿ ਸਕਦਾ। ਉਸ ਤੋਂ ਬਾਅਦ ਕਹਿੰਦੇ ਆ ਵੀ ਨਾਨਕ ਗੁਰਮੁਖ ਜਾਣੀਏ। ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਆ ਗੁਰੂ ਅੰਗਦ ਦੇਵ ਜੀ ਦੇ ਰੂਪ 'ਚ, ਬਈ ਨਾਨਕ ਕਹਿੰਦੇ ਗੁਰਮੁਖ ਜਾਣੀਏ, ਵੀ ਉਹ ਗੁਰਮੁਖ ਜਾਣਦੇ ਆ ਵੀ ਜਿਨ੍ਹਾਂ ਨੂੰ ਉਹ ਆਪ ਪ੍ਰਗਾਸ ਕਰਦਾ ਆ, ਵੀ ਕਿਹਨਾਂ ਨੂੰ ਕੱਢ ਲੈਂਦਾ ਆ, ਕਿਹਨਾਂ ਨੂੰ ਨਹੀਂ ਕੱਢਦਾ ਆ। ਫਿਰ ਗੁਰਮੁਖ ਦੇ ਅਰਥ ਜਾਣੇ ਵੀ ਗੁਰੂ ਦਾ ਮੁਖ। ਮਨ 'ਚ ਇੱਕ ਹੋਰ ਮਹਾਰਾਜ ਨੇ ਉਪਦੇਸ਼ ਬਖਸ਼ਿਆ ਵੀ ਗੁਰਮੁਖ ਜਿਹਦਾ ਮੁਖ ਗੁਰੂ ਦਾ ਜਿਹੜਾ ਮੁੱਖ ਹੋ ਗਿਆ, ਜਿਹੜਾ ਗੁਰਮੁਖ ਆ ਉਹ ਵੀ ਗੁਰੂ ਦਾ ਮੁੱਖ ਹੀ ਹੋ ਜਾਂਦੇ ਆ, ਵੀ ਗੁਰੂ ਹੀ ਉਹਨਾਂ ਰਾਹੀਂ ਬੋਲਦਾ ਆ, ਵੀ ਉਹ ਜਾਣਦੇ ਆ।
ਇਹ ਮਨ 'ਚ ਹੈ ਵੀ ਗੁਰਬਾਣੀ ਗੁਰੂ ਵੀ ਗੁਰੂ ਦਾ ਮੁੱਖ ਹੀ ਆ, ਇਹ ਵੀ ਗੁਰੂ ਦੇ ਮੁੱਖ 'ਚੋਂ ਹੀ ਉਪਜੀ ਆ। ਗੁਰਬਾਣੀ ਗੁਰੂ ਦੇ ਮੁੱਖ 'ਚੋਂ ਹੀ ਆਈ ਹੈ, ਇਹ ਵੀ ਗੁਰੂ ਦਾ ਮੁੱਖ ਹੀ ਆ। ਅਤੇ ਜਦੋਂ ਉਹ ਆਪ ਗੁਰੂ ਪਿਤਾ ਜੀ ਪ੍ਰਕਾਸ਼ ਕਰਦੇ ਆ ਤਾਂ ਗੁਰਬਾਣੀ ਦੁਆਰਾ ਅਸੀਂ ਜਾਣ ਸਕਦੇ ਹਾਂ ਵੀ ਕਿਹਨਾਂ ਨੂੰ ਕੱਢਦਾ, ਕਿਹਨਾਂ ਨੂੰ ਨਿਵਾਸ ਕਰਦਾ, ਕਿਹਨਾਂ ਦੇ ਬਖਸ਼ਿਸ਼ ਕਰਦਾ। ਫਿਰ ਮਨ 'ਚ ਆਇਆ ਬਈ ਏਕਾ ਕਵਾਉ ਸ਼ਬਦ ਜੋ ਹੈਗਾ ਸੱਚ ਤੋਂ ਇਹ ਮੁੱਖ 'ਚੋਂ ਉਹ ਵੀ ਆਇਆ। ਜਿਹੜੇ ਗੁਰਮੁਖ ਉੱਥੇ ਤੱਕ ਪਹੁੰਚ ਜਾਂਦੇ ਆ ਉਹ ਉਸ ਸ਼ਬਦ ਦੁਆਰਾ ਜਾਣ ਲੈਂਦੇ ਆ ਵੀ ਇਹ ਖੇਡ ਸਾਰੀ ਉਹਦੀ ਆ, ਅਤੇ ਵੀ ਉਹੀ ਜਾਣ ਸਕਦੇ ਆ, ਦੂਸਰਾ ਨਹੀਂ ਜਾਣ ਸਕਦਾ। ਅਤੇ ਇੰਨੀ ਕੁ ਜਿਹੜੀ ਆ ਸਮਝ ਤੁੱਛ ਮਾਤਰ ਆਈ ਸ਼ਬਦ ਦੀ, ਹਜੇ ਤਾਂ ਲੱਗਦਾ ਮਨ ਦੇ ਵਿੱਚ, ਕਿਉਂਕਿ ਮਨ ਦੇ ਵਿੱਚ ਇੱਕ ਕਹਿ ਲਓ ਵੀ ਗੱਲ ਬਹੁਤ ਚਿਰ ਤੋਂ ਵਸੀ ਆ ਵੀ ਗੁਰਬਾਣੀ ਗੁਰੂ ਦੀ ਜਿਹੜਾ ਸ਼ਬਦ ਆ, ਜਿਵੇਂ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ, ਬਈ ਇਹ ਸ਼ਬਦ ਪੜ੍ਹਦੇ ਪੜ੍ਹਦੇ ਸ਼ਬਦ ਨੂੰ ਪੜ੍ਹਦੇ ਹੀ ਉਹ ਰਾਈਟ ਵੇ ਪ੍ਰਕਾਸ਼ ਕਰ ਦਿੰਦਾ, ਉਹ ਰੰਗ 'ਚ ਲੈ ਜਾਂਦਾ। ਜਿਹੜੇ ਰੰਗ ਦੀ ਗੁਰੂ ਪਿਤਾ ਜੀ ਗੱਲ ਕਰਦੇ ਆ, ਮਨ ਨੂੰ ਉਹ ਰੰਗ 'ਚ ਲੈਣ ਜਾਣ ਦੇ ਇੱਕ ਤੁਕ ਜਦੀ ਸਮਰੱਥਾ ਵੀ ਰਾਈਟ ਵੇ ਤੁਸੀਂ ਤੁਕ ਗਾਈ ਪ੍ਰੇਮ ਨਾਲ ਰੰਗ ਨਾਲ, ਅਤੇ ਉਹ ਰੰਗ 'ਚ ਲੈ ਜਾਂਦੀ ਤੁਹਾਡੇ ਮਨ ਨੂੰ ਵੀ ਇਹ ਸਮਰੱਥਾ ਗੁਰੂ। ਪਰ ਗੁਰੂ ਪਿਤਾ ਜੀ ਬਖਸ਼ਿਸ਼ ਕਰਨ ਵੀ ਸਾਨੂੰ ਵੀ ਸਾਰਿਆਂ ਨੂੰ, ਸਾਰੀ ਲਿਖਾਈ ਨੂੰ ਉਹ ਰੰਗ 'ਚ ਲੈ ਜਾਣ ਅਤੇ ਸਾਰੇ ਹੀ ਰੰਗ 'ਚ ਰਹਿਣ, ਉਹਦਾ ਰੂਪ ਆ ਸਾਰੇ। ਅਤੇ ਇਹਦੀ ਵਿਚਾਰ ਕਰਦੇ ਤੋਂ ਬਹੁਤ ਹੁਣ ਤਾਈਆਂ ਰਹਿ ਗਈਆਂ, ਅਤੇ ਬਹੁਤ ਹੀ ਰੰਗ ਆ ਜਿਹੜੇ ਮੈਨੂੰ ਐਂ ਲੱਗਦਾ ਆ, ਮੈਂ ਸਮਝਦਾ ਮੇਰੇ ਮਨ 'ਚ ਇਹ ਗੱਲ ਆਉਂਦੀ ਆ ਵੀ ਬਹੁਤ ਸਾਰੇ ਗੁਰਮੁਖ ਇਹ ਰੰਗਾਂ ਨੂੰ ਮਾਣਦੇ ਆ, ਪਰ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਵੀ ਉਹ ਨੂੰ ਦੱਸ ਨਹੀਂ ਹੁੰਦਾ, ਅੱਖਰ ਨਹੀਂ ਜੁੜਦੇ ਸਾਰਿਆਂ ਤੋਂ, ਅਤੇ ਤਾਂ ਕਰਕੇ ਉਹ ਪਾਉਣ ਦਾ ਜਿਹੜਾ ਥੋੜ੍ਹੇ ਜਿਹਾ ਮਨ 'ਚ ਪਾ ਨਹੀਂ ਹੁੰਦਾ ਸਾਰਿਆਂ ਤੋਂ। ਇਹ ਗਲਤੀ ਮੇਰੇ ਤੋਂ ਵੀ ਹੋ ਜਾਂਦੀ ਆ, ਅਤੇ ਮਾਫੀ ਬਖਸ਼ਿਓ ਅਤੇ ਗਾਂ ਨੂੰ ਸਮੱਤ ਬਖਸ਼ਿਓ ਵੀ ਇੰਨਾ ਡੂੰਘੇ ਚਲੇ ਜਾਈਏ ਜੀਵਨ 'ਚ ਰਹਿੰਦੇ ਰਹਿੰਦੇ ਜੋ ਸ਼ਬਦ ਨੂੰ ਗਾਈਏ ਅਤੇ ਉਹ ਰੰਗ 'ਚ ਰਾਈਟ ਵੇ ਸਤਿਗੁਰ ਲੈ ਜਾਣ, ਅਤੇ ਜਿਉਂਦੇ ਜਿਉਂਦੇ ਸਰੀਰ 'ਚ ਉਹ ਸੱਚ ਨਾਲ ਸੱਚ ਦਾ ਰੂਪ ਹੋ ਜਾਈਏ, ਇੱਕ ਮਿੱਕ ਦਾ ਹੋ ਜੇ ਸਾਡੇ ਸਾਰਿਆਂ ਦੀ। ਅਤੇ ਸਾਰਿਆਂ ਗੁਰਮੁਖਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਸਾਰਿਆਂ ਲਈ, ਅਤੇ ਖਾਲਸਾ ਜੀ ਵੀ ਸਾਡੇ ਸਾਰਿਆਂ ਲਈ ਅਰਦਾਸ ਬੇਨਤੀ ਕਰਨ ਬਈ ਅਸੀਂ ਇਹ ਸਰੀਰ 'ਚ ਰਹਿੰਦੇ ਰਹਿੰਦੇ ਛੇਤੀ ਸਾਡਾ ਉਹ ਸੱਚ 'ਚ ਨਿਵਾਸ ਹੋ ਜਾਏ, ਅਸੀਂ ਜਿਉਂਦੇ ਜੀ ਇੱਕ ਰੂਪ ਹੋ ਜਾਈਏ ਉਹਦੇ ਨਾਲ। ਅਤੇ ਸ਼ਾਇਦ ਬੇਨਤੀ ਕਰਨ ਦੇ ਵਿੱਚ ਵੀ ਕਈ ਗਲਤੀਆਂ ਹੋਈਆਂ, ਜੋ ਕਹਿਣਾ ਚਾਹੁੰਦੇ ਆ ਉਹ ਨਹੀਂ ਕਹਿ ਹੁੰਦਾ, ਅਤੇ ਬਖਸ਼ ਲਿਓ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।